ਸ਼ਹਿਰ ਦੇ ਵਿੱਚ ਇਸ ਵੇਲੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਹੜੀ ਕਿ ਨਗਰ ਨਿਗਮ ਦੇ ਨਾਲ ਜੁੜੀਆਂ ਹੋਈਆਂ। ਬਹੁਤ ਸਾਰੇ ਇਲਾਕੇ ਐਸੇ ਨੇ ਜਿੱਥੇ ਪੀਣ ਨੂੰ ਪਾਣੀ ਸਾਫ਼ ਨਹੀਂ ਮਿਲ ਰਿਹਾ ਤੇ ਸ਼ਹਿਰ ਦੇ ਵਿੱਚ ਬਿਮਾਰੀ ਬਹੁਤ ਫੈਲੀ ਹੋਈ ਹੈ। ਕੋਈ ਐਸਾ ਘਰ ਨਹੀਂ ਹੋਏਗਾ ਜਿੱਥੇ ਲੋਕ ਬਿਮਾਰ ਨਹੀਂ ਹੈ। ਇਹ ਸਾਰੀ ਸਮੱਸਿਆਵਾਂ ਨੂੰ ਲੈ ਕੇ ਅੱਜ ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲਣ ਜਾਂਦੇ ਨੇ। ਉਹਨਾਂ ਦੇ ਨਾਲ ਦੋ ਸਾਬਕਾ ਕੌਂਸਲਰ ਵੀ ਹੁੰਦੇ ਨੇ ਤੇ ਕੀ ਗੱਲਬਾਤ ਹੋਈ ਹੈ ਅਸੀਂ ਸਾਡੇ ਨਾਲ ਨੇ ਮੇਅਰ ਬਖਸ਼ੀ ਰਾਮ ਅਰੋੜਾ ਸਾਬਕਾ ਮੇਅਰ ਨੇ। ਮੇਅਰ ਸਾਹਿਬ ਅੱਜ ਤੁਸੀਂ ਗਏ ਸੀ ਕਮਿਸ਼ਨਰ ਕਾਰਪੋਰੇਸ਼ਨ ਕੋਲੋਂ, ਕੀ ਕਾਰਨ ਸੀਗਾ? ਕਿ ਸ਼ਹਿਰ ਭਾਰਤੀ ਜਨਤਾ ਪਾਰਟੀ ਦੇ ਆਫਿਸ ਦੇ ਵਿੱਚ ਲਗਾਤਾਰ ਸ਼ਹਿਰ ਦੇ ਵਿੱਚੋਂ ਸ਼ਿਕਾਇਤਾਂ ਆ ਰਹੀਆਂ ਸੀ ਪ੍ਰਧਾਨ ਜੀ ਨੂੰ ਬਈ ਜਗ੍ਹਾ ਜਗ੍ਹਾ ਦੇ ਉੱਤੇ ਬਿਮਾਰੀ ਜਿਹੜੀ ਹੈ ਫੈਲੀ ਹੈ ਔਰ ਲੋਕ ਹਰ ਘਰ ਦੇ ਵਿੱਚ ਬਿਮਾਰ ਹੈ ਔਰ ਹਸਪੀਟਲਾਂ 'ਚ ਲੋਕ ਭਰਤੀ ਹੋ ਰਹੇ ਨੇ ਤੇ ਕਿਉਂਕਿ ਕੋਈ ਵੀ ਜਗ੍ਹਾ ਦੇ ਉੱਤੇ ਸੀਵਰੇਜ ਦੀ ਸਫਾਈ ਨਹੀਂ ਹੋ ਰਹੀ, ਫੌਗਿੰਗ ਨਹੀਂ ਹੋ ਰਹੀ ਔਰ ਜਿਹੜੇ ਕਾਰਪੋਰੇਸ਼ਨ ਨਾਲ ਸੰਬੰਧਿਤ ਚੀਜ਼ਾਂ ਹੈਗੀਆਂ ਵੈ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਤੁਸੀਂ ਧਿਆਨ ਦਿਓ। ਪ੍ਰਧਾਨ ਜੀ ਨੇ ਸਾਡੀ ਇੱਕ ਟੀਮ ਬਣਾਈ। ਅਸੀਂ 10 ਦਿਨ ਤੋਂ ਲੱਗੇ ਹੋਏ ਸਾਂ ਕਮਿਸ਼ਨਰ ਨੂੰ ਮਤਲਬ ਕੰਟੈਕਟ ਕਰਨ ਤੇ ਕਮਿਸ਼ਨਰ ਟਾਈਮ ਨਹੀਂ ਦੇ ਰਿਹਾ ਸੀ। ਈਵਨ ਮੈਸੇਜ ਵੀ ਦਿੰਦੇ ਰਹੇ ਲੇਕਿਨ ਅਸੀਂ ਸਮਝਿਆ ਵੀ ਮਜਬੂਰੀ ਹੈ ਕਿਉਂਕਿ ਸੀਐਮ ਆਇਆ ਜਾਂ ਇਹਨਾਂ ਦੀ ਮੀਟਿੰਗਾਂ ਕਿਸੇ ਕਾਰਨ ਨਹੀਂ ਅਗਲਾ ਬਿਜ਼ੀ ਹੋਏਗਾ। ਲੇਕਿਨ ਅਲਟੀਮੇਟਲੀ ਕੱਲ੍ਹ ਉਹਨਾਂ ਨਾਲ ਮੇਲ ਹੋਇਆ ਔਰ ਉਹਨਾਂ ਨੇ ਅੱਜ ਸਵੇਰੇ 10 ਵਜੇ ਦਾ ਸਾਨੂੰ ਟਾਈਮ ਦਿੱਤਾ। ਅਸੀਂ 10 ਵਜੇ ਉਹਦੇ ਆਫਿਸ ਪਹੁੰਚ ਗਏ। ਆਫਿਸ ਪਹੁੰਚ ਗਏ ਤੇ ਉਸ ਨੂੰ ਮੈਂ ਆਪਣਾ ਕਾਰਡ ਭੇਜਿਆ, ਵਿਜ਼ਿਟਿੰਗ ਕਾਰਡ ਭੇਜਿਆ तो उसने कहा जी वेट करो गिलन आंदे तो मैं बुलाना। बाहर जिथे आम पब्लिक वास्ते होंदी जगह सानू उत्थे उन्हें बिठाता लेकिन मैं सच्चाई कहना कि मैं बैठन नूं तैयार नहीं सी और ना मैं 10 साल पिछले 10 साल कंटिन्यू कभी भी उत्थे बैठा नहीं सी। जिहड़ा भी मर्जी कमिश्नर आया मेरे टाइम के उत्ते 7 कमिश्नर बदले ने, 7 नाल मैं डीलिंग की हुई है लेकिन मेरे साथी मेरे नाल सी। मैं बैठे मैं बग्गा जी नूं 2-3 वारी कहा बग्गा जी इत्थे बैठना कोई अच्छा नहीं लगता, उन्होंने मैसेज भेजो बई सानू बुलावे। अरोड़ा साहब ये हो सकता ना जी अंदर कोई मीटिंग चलती हो बिजी हो? कोई मीटिंग नहीं चल रही सी, टाइम लैके गए सी, अंदर कोई मीटिंग नहीं सी। मीटिंग होंदी तां भी कोई मजबूरी होंदी। नवें कमिश्नर की नाम इन्हां दा? मिस्टर राहुल है मिस्टर। उसने उन्होंने भेजिया अपना पीएन नूं फिर भेजिया पर पीए नूं मैं भेजिया दोनों नूं भेजिया अंदर भी वारों वारी भी जाके उन्होंने कहो भी वो वेट करते पे ने। वो दोने कहते बस जी बुलान लगे हाँ करते करते 1 घंटा सानू बिठा छड्डिया तो फिर मैं अपने साथियों को कहा मैं कहा भी चलो चलीए असी नहीं बैठना। मतलब एक तरह का तुहानू बुला के बेइज्जत किया गया? मैं इसनूं इस एक्सटेंट तक लफज नहीं लैंदा लेकिन उसने मतलब सानू नहीं बुलाया। ਤੁਸੀਂ ਆਪਣੀ ਕੋ ਪਰਸਨਲ ਕੰਮ ਤਾਂ ਗਏ ਨਹੀਂ ਸੀ? ਕੰਮ ਤੁਸੀਂ ਗਿਆ ਸੀ ਵੀ ਸ਼ਹਿਰ ਦੇ ਵਿੱਚ ਇਸ ਵੇਲੇ ਬਹੁਤ ਬਿਮਾਰੀਆਂ ਫੈਲੀਆਂ ਹੋਈਆਂ ਤੇ ਸਮਾਂ ਲੈ ਕੇ ਗਏ? ਉਹ ਵੀ ਪ੍ਰਧਾਨ ਜੀ ਨੇ ਕਿਹਾ ਸਾਨੂੰ ਜਾਣ ਵਾਸਤੇ ਤੇ ਅਸੀਂ ਉੱਥੇ ਮਤਲਬ ਗਏ ਲੇਕਿਨ ਉਸਨੇ ਨਹੀਂ ਬੁਲਾਇਆ। ਫਿਰ ਅਸੀਂ ਬਕਾਇਦਾ ਤੌਰ ਤੇ ਉੱਠੇ। ਉੱਠਣ ਦੇ ਵਿੱਚ ਵੀ ਪੀਐਨ ਨੇ ਜਿਹੜਾ ਪੀਏ ਨੇ ਦੇਖ ਲਿਆ। ਉਹ ਵੀ ਕਹਿਣਾ ਹੁੰਦਾ ਤੇ ਜਾ ਕੇ ਮਤਲਬ ਕਹਿ ਸਕਦੇ ਸੀ ਮੈਂ ਸਮਝਣਾ ਜਿੰਨੀ ਮੇਰੀ ਕਾਮਨ ਸੈਂਸ ਹੈ ਬਈ ਉਹਨਾਂ ਨੂੰ ਕਹਿ ਤਾ ਹੋਣਾ ਗਿਲਣ ਆਂਦਿਆ ਵੀ ਉਹ ਜੀ ਜਾ ਰਹੇ ਨੇ, ਉਹਨੇ ਕਿਹਾ ਹੋਣਾ ਜਾਣ ਦਿਓ ਜੀ। मतलब की फिर तुहानू की लगता फिर ये तो कहते आम आदमी आम बंदे की सरकार है, अफसरशाही आपके द्वार तो अफसर नूं लोग मिलन जाते हैं, साबका मेयर नाल 2 साबका कौंसलर तो भी ये सरकार आपके द्वार है? ਉਹੀ ਮੇਰਾ ਕਹਿਣਾ ਹੈ ਕਿ ਜਿਸ ਵਿਅਕਤੀ ਕੋਲ ਫਾਰਮਰ ਮੇਅਰ ਨੂੰ ਮਿਲਣ ਦਾ ਟਾਈਮ ਹੈ ਨਹੀਂ ਤੇ ਉਹ ਆਮ ਜਨਤਾ ਦਾ ਕੀ ਭਲਾ ਕਰੇਗਾ, ਕੀ ਕੰਮ ਕਰੇਗਾ। ਇਸ ਬੰਦੇ ਨੂੰ ਇਮੀਡੀਏਟ ਇੱਥੋਂ ਅੰਮ੍ਰਿਤਸਰੋਂ ਟ੍ਰਾਂਸਫਰ ਕਰਨਾ ਚਾਹੀਦਾ ਹੈ। ਇਹਦੇ ਦਿਮਾਗ ਦੇ ਉੱਤੇ ਬਹੁਤ IAS ਵੜੀ ਪਈ ਹੈ ਜਾਂ ਇਹ ਪੈਸੇ ਦੇ ਕੇ ਲੱਗਾ ਵਾ। ਇਹਨੂੰ ਇਹ ਗਲਤਫਹਿਮੀ ਹੈ ਕਿ ਮੈਨੂੰ ਕੋਈ ਬਦਲ ਨਹੀਂ ਸਕਦਾ ਗਿਲਣ ਆਂਦਿਆ। ਲੇਕਿਨ ਅਸੀਂ ਮਤਲਬ ਉੱਥੇ ਪਬਲਿਕ ਕੰਮ ਵਾਸਤੇ ਗਏ ਸਾਂ ਔਰ ਬਕਾਇਦਾ ਲਿਖਤ ਤੌਰ ਦੇ ਉੱਤੇ ਉਹ ਚੀਜ਼ਾਂ ਲੈ ਕੇ ਗਏ ਸਾਂ ਵੀ ਜਗ੍ਹਾ ਜਗ੍ਹਾ ਦੇ ਉੱਤੇ ਮਤਲਬ ਜਿਹੜਾ ਗੰਦਗੀ ਫੈਲੀ ਹੈ ਲਿਫਟਿੰਗ ਹੋ ਰਹੀ। ਇੱਕ ਸਵਾਲ ਹੋ ਰਿਹਾ ਵੀ ਇਹਨੂੰ ਇਸ ਕਰਕੇ ਬਦਲਿਆ ਜਾਏ ਕਿਉਂਕਿ ਉਹਨੇ ਸਾਬਕਾ ਮੇਅਰ ਤੇ 2 ਸਾਬਕਾ ਕੌਂਸਲਰ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਜਾਂ ਮਿਲਿਆ ਨਹੀਂ ਬੁਲਾ ਕੇ, ਜਾਂ ਸ਼ਹਿਰ ਦੀਆਂ ਸਮੱਸਿਆਵਾਂ ਇੰਨੀਆਂ ਜ਼ਿਆਦਾ ਹੋ ਗਈਆਂ ਵੀ ਇਹ ਕੰਟਰੋਲ ਨਹੀਂ ਕਰ ਪਾ ਰਿਹਾ? ਇਹ ਕੰਟਰੋਲ ਨਹੀਂ ਕਰ ਪਾ ਰਿਹਾ ਔਰ ਇਹਦੇ ਹੁੰਦਿਆਂ ਹੋਇਆਂ ਅਫਸਰਸ਼ਾਹੀ ਜਿਹੜੀ ਹੈ ਸਮੇਤ ਇਹਦੇ ਬਹੁਤ ਜ਼ਿਆਦਾ ਮਤਲਬ ਜਿਹੜੀ ਹੈ ਨਾ ਕੰਟਰੋਲ ਤੋਂ ਬਾਹਰ ਹੈ। ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਪ੍ਰਧਾਨ ਨੇ ਬੀਜੇਪੀ ਦੇ ਜਿਹੜੇ ਅੰਮ੍ਰਿਤਸਰ ਦੇ ਸ਼ਹਿਰੀ, ਉਸ ਤੋਂ ਬਾਅਦ ਉਹ 2 ਕੌਂਸਲਰ ਜਿਹੜੇ ਸਾਬਕਾ ਗਏ ਸੀ ਨਾਲ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੰਧੂ ਸਾਹਿਬ ਕੀ ਤੁਹਾਨੂੰ ਲੱਗਦਾ ਵੀ ਵਾਅਦੇ ਤੇ ਬੜੇ ਕੀਤੇ ਜਾਂਦੇ ਆ, ਸਟੇਜਾਂ ਤੋਂ ਵੀ ਭਾਸ਼ਣ ਬਹੁਤ ਹੁੰਦਾ ਹੈ, ਪਰ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਤੇ ਇਹ ਹੈ ਕਿ ਸ਼ਹਿਰ ਦੇ ਵਿੱਚ ਬਿਮਾਰੀਆਂ ਬਹੁਤ ਫੈਲੀਆਂ। ਕੀ ਕਿਤੇ ਫੌਗਿੰਗ ਹੋ ਰਹੀ ਹੈ? देखो मैं तुहानू ना एक क्योंकि ये वड्डियां गल्लां ने पंजाब च जो वादे कीते सारी जनता नूं पता इन्होंने नहीं कीते। अज सिर्फ असीं फोकस रवांगे अमृतसर कॉरपोरेशन ते। अमृतसर कॉरपोरेशन के खिलाफ इन्नियां क शिकायतां पिछले दिनी इत्थे साडे कुछ साथी जिन्हां ने उत्थे छाटे विच धरना भी लाया
ਔਰ ਉਹਨਾਂ ਨੇ ਉੱਥੇ ਐਜੀਟੇਸ਼ਨ ਕੀਤੀ। ਈਵਨ ਇੱਥੇ ਸਾਡੇ ਵਡਾਲੀ ਪਿੰਡ ਤੋਂ ਇੱਕ ਅਟਵਾਲ ਸਾਹਿਬ ਨੇ ਸਾਡੇ ਕਾਰਜਕਰਤਾ, ਉਹ ਕਹਿੰਦੇ ਜੀ ਸਾਡੇ ਮੇਰੇ ਨਾਲ ਚੱਲੋ, ਮੇਰੇ ਕੋਲ ਵੀਡੀਓਜ਼ ਹੈਗੀਆਂ ਨੇ, ਸਾਡੇ ਘਰਾਂ 'ਚੋਂ ਪਾਣੀ ਬਾਹਰ ਬੈਕ ਮਾਰ ਰਿਹਾ ਵਾ, ਜਿਹੜਾ ਸੀਵਰੇਜ ਦਾ ਪਾਣੀ ਲੋਕਾਂ ਦੇ ਘਰ। ਆ ਰਿਹਾ। ਮੈਂ ਉੱਥੇ ਜਾ ਕੇ ਮੈਂ ਐਕਸ਼ਨ ਸਾਹਿਬ ਨੂੰ ਉਦੋਂ ਫੋਨ ਕੀਤਾ ਪਹਿਲੋਂ, ਤੇ ਮੈਂ ਕਿਹਾ ਜੀ ਇਹ ਘਰਾਂ 'ਚ ਬਹੁਤ ਪਾਣੀ ਬੈਕ ਮਾਰ ਰਿਹਾ, ਅੱਜ ਤੋਂ 3-4 ਮਹੀਨੇ ਦੀ ਗੱਲ ਹੈ। ਤੇ ਉਹ ਕਹਿੰਦੇ ਜੀ ਅਸੀਂ ਕੱਲ੍ਹ ਕਰਿਆ, ਉਹਨਾਂ ਨੇ ਗੱਡੀ ਭੇਜੀ, ਪਰ ਉਹ 2-4 ਹਫ਼ਤਾ ਕੁ ਠੀਕ ਰਿਹਾ, ਉਸ ਤੋਂ ਬਾਅਦ ਫਿਰ ਦੇਖੋ ਪਾਣੀ ਦਾ ਵਾਟਰ ਸਪਲਾਈ ਸਿਸਟਮ ਜਿਹੜਾ ਹੈ ਛਾਟੇਵਾਲ ਦਾ, ਉੱਥੇ ਬੋ ਮਾਰ ਰਿਹਾ, ਉਹਨੂੰ ਬੋ ਵਾਲਾ ਪਾਣੀ ਕਹਿ ਰਹੇ ਨੇ। ਬਿਮਾਰੀਆਂ ਨਾਲ ਸੀਵਰੇਜ ਤੇ ਉਹ ਪਾਣੀ ਮਿਕਸ ਹੋ ਰਿਹਾ, ਪੀਣ ਵਾਲਾ ਪਾਣੀ ਤੇ ਸੀਵਰੇਜ ਮਿਕਸ ਹੋ ਰਿਹਾ। ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਸੀਵਰੇਜ ਜਿਹੜਾ ਉਹ ਬਾਹਰ ਆ ਰਿਹਾ, ਜੇ ਲੋਕੀ ਸ਼ਿਕਾਇਤ ਲੈਣ ਲਿਖਾਣ ਜਾਂਦੇ ਆ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ। ਈਵਨ ਲਿਖਣ ਨੂੰ ਵੀ ਉਹ ਮੇਰਾ ਪ੍ਰਧਾਨ ਦਾ ਜਾਂ ਕਿਸੇ ਕਾਉਂਸਲਰ ਦਾ ਫੋਨ ਕਰਾਉਣਾ ਪੈਂਦਾ ਹੈ, ਜੀ ਇਹ ਸਿਰਫ ਸ਼ਿਕਾਇਤ ਨਹੀਂ ਲਿਖ ਰਿਹਾ। ਇੰਨਾ ਬੁਰਾ ਹਾਲ ਹੈ। ਲਗਾਤਾਰ ਅਸੀਂ ਇਹਨਾਂ ਨੂੰ, ਹੁਣ ਦੇਖੋ ਇਹ ਕਮਿਸ਼ਨਰ ਦੀ ਗੱਲ ਤੇ ਮੈਂ ਬਾਅਦ 'ਚ ਆਵਾਂਗਾ, ਫੋਗਿੰਗ ਜਿਹੜਾ ਕਰਾਉਣਾ ਤੇ ਸਟਰੀਟ ਲਾਈਟ ਜੇ ਕੋਈ ਖਰਾਬ ਹੁੰਦੀ ਸੀ, ਇਹ ਸਾਡੇ ਅਸੀਂ ਸਰਕਾਰਾਂ ਵੇਖੀਆਂ, ਅਸੀਂ ਸਰਕਾਰਾਂ ਦੇ ਪਾਰਟ ਵੀ ਰਹੇ ਹਾਂ। ਮੈਂ ਮਲਿਕ ਸਾਹਿਬ ਦਾ ਵੇਲਾ ਵੀ ਵੇਖਿਆ, ਬਖਸ਼ੀ ਰਾਮ ਜੀ ਦਾ ਵੀ ਵੇਲਾ ਵੀ ਵੇਖਿਆ। ਉਦੋਂ ਜਿਹੜਾ ਮਹੱਲੇ ਦਾ ਪ੍ਰਧਾਨ, ਈਵਨ ਮਹੱਲੇ ਦਾ ਕੋਈ ਜਿਹੜਾ ਜਨਰਲ ਸੈਕਟਰੀ ਵੀ, ਉਹ ਵੀ ਫੋਨ ਕਰਦਾ ਸੀਗਾ ਤੇ ਉਹਦੀ ਸਟਰੀਟ ਲਾਈਟ ਠੀਕ ਹੋ ਜਾਂਦੀ ਸੀ। ਆਮ ਪੈਟਰੋਲਰ ਉਹ ਠੀਕ ਕਰਾ ਦਿੰਦਾ ਹੈ। ਜੇ ਫੋਗਿੰਗ ਹੁੰਦੀ ਸੀ, ਮਹੱਲੇ ਦਾ ਪ੍ਰਧਾਨ ਚੀਫ ਸੈਨੀਟਰੀ ਇੰਸਪੈਕਟਰ ਨੂੰ ਫੋਨ ਕਰਦਾ ਸੀ, ਉਹਦੀ ਫੋਗਿੰਗ ਹੋ ਜਾਂਦੀ ਸੀ। ਅੱਜ ਕੱਲ੍ਹ ਇਹਨਾਂ ਕੋਲ ਇੱਕੋ ਹੀ ਕੰਮ ਹੈ, ਇਹਨਾਂ ਦੇ ਨੁਮਾਇੰਦੇ ਕਈ 2 ਘਰਾਂ ਦੇ ਵਿੱਚ ਫੋਗਿੰਗ ਕਰਾ ਕੇ ਤੇ ਆਪਣੀ ਫੋਟੋ ਖਿਚਾ ਰਹੇ ਆ, ਤੇ ਉਹ ਫੋਗਿੰਗ ਵੀ ਨਹੀਂ ਹੋ ਰਹੀ, ਔਰ ਬਿਮਾਰੀਆਂ ਜਿਹੜੀਆਂ ਸਾਰੇ ਸ਼ਹਿਰ 'ਚ ਫੈਲੀਆਂ। ਸੰਧੂ ਸਾਹਿਬ ਤੁਹਾਡੇ ਦੇਖੋ ਸਾਬਕਾ ਮੇਅਰ ਪਾਰਟੀ ਦੇ ਨੇ, 2 ਸਾਬਕਾ ਕਾਉਂਸਲਰ ਮਿਲਣ ਜਾਂਦੇ ਨੇ, ਮਿਲਿਆ ਨਹੀਂ ਜਾਂਦਾ, ਬੁਲਾ ਕੇ ਸਮਾਂ ਲੈ ਕੇ ਜਾਂਦੇ ਆ, ਤੇ ਕੀ ਹੁਣ ਬੀਜੇਪੀ ਦਾ ਕੀ ਸਟੈਂਡ ਹੋਏਗਾ? ਇਹ ਤੇ ਭਾਵੇਂ ਉਹ ਕਹਿ ਰਹੇ ਨੇ ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ ਸਾਹਿਬ ਵੀ ਸਾਡੀ ਬੇਇੱਜ਼ਤੀ ਨਹੀਂ ਹੈ, ਬੁਲਾ ਕੇ ਨਾ ਮਿਲਣਾ ਇਹ ਹੈ ਤਾਂ ਬੇਇੱਜ਼ਤੀ ਹੈ ਨਾ ਜੀ। ਸੀਨੀਅਰ ਸਿਟੀਜ਼ਨ ਵੀ ਨੇ ਤੇ ਸਾਬਕਾ ਮੇਅਰ ਵੀ ਰਹਿ ਚੁੱਕੇ ਨੇ, ਕਾਉਂਸਲਰ ਵੀ ਰਹਿ ਚੁੱਕੇ। ਬਿਲਕੁਲ, ਦੇਖੋ ਗੱਲ ਇਹ ਹੈ, ਅਸੀਂ ਇਹ ਇੱਕ ਟੀਮ ਹੀ ਇਸ ਕਰਕੇ ਗਠਿਤ ਕੀਤੀ ਸੀ। ਸਾਡੇ ਇਹ ਪਿਤਾ ਸਮਾਨ ਤੇ ਹੈ ਹੀ ਹੈ, ਸ਼ਹਿਰ ਦੇ ਵਿੱਚ ਵੀ ਇਹਨਾਂ ਦਾ ਇੱਕ ਬੜਾ ਸਟੇਟਸ ਹੈ। ਸਾਬਕਾ ਮੇਅਰ ਹੋਣ ਦੇ ਨਾਤੇ, ਸਾਬਕਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਹੋਣ ਦੇ ਨਾਤੇ ਇਹਨਾਂ ਨੇ ਕਈ ਪ੍ਰੋਜੈਕਟ ਲਿਆਂਦੇ, ਕਾਰਪੋਰੇਸ਼ਨ ਦੀ ਨੁਮਾਇੰਦਗੀ ਕੀਤੀ, ਸ਼ਹਿਰ ਦੀ ਨੁਮਾਇੰਦਗੀ ਕੀਤੀ। ਇਹਨਾਂ ਕੋਲ ਇੱਕ ਬਹੁਤ ਅਭਿਆਸ ਹੈ ਔਰ ਬਹੁਤ ਜ਼ਿਆਦਾ ਇਹਨਾਂ ਕੋਲ ਇੱਕ ਵਿਜ਼ਨ ਹੈ ਇਹਨਾਂ ਕੋਲ, ਕਿ ਅਸੀਂ ਸਮਝਦੇ ਸੀ ਵੀ ਉਹ ਇਸ ਵਿਜ਼ਨ ਨੂੰ ਸੁਣਨਾ ਪਸੰਦ ਕਰੇਗਾ। ਅਸੀਂ ਤਦੇ ਹੀ ਕੱਲ ਈਵਨ ਪਿਛਲੇ 10-15 ਦਿਨਾਂ ਤੋਂ ਇਹ ਕੋਸ਼ਿਸ਼ ਕਰ ਰਹੇ ਸੀ, ਮੈਂ ਵੀ ਮੈਸੇਜ 2 ਵਾਰ ਭੇਜੇ, ਔਰ ਉਹਨੇ ਅਸੀਂ ਇਹ ਸਮਝਦੇ ਵੀ ਚਲੋ ਅਫਸਰ ਦੀ ਵੀ ਕਈ ਵਾਰ ਮਜਬੂਰੀ ਹੁੰਦੀ ਹੈ, ਸ਼ਾਇਦ ਕੋਈ ਉਹਦੇ ਸੀਐਮ ਆ ਰਹੇ, ਉਹਨੂੰ ਤਨਖਾਹ ਮਿਲਦੀ ਹੈ, ਲੋਕਾਂ ਨੂੰ ਮਿਲਣਾ ਕਿਉਂ ਨਹੀਂ? ਉਸ ਤੋਂ ਬਾਅਦ ਉਹਨੂੰ ਕੱਲ ਮੈਂ ਗੱਲ ਕੀਤੀ ਫੋਨ ਤੇ, ਇਹ ਕਹਿੰਦੇ ਜੀ ਫੋਨ ਤੇ ਸਮਾਂ ਨਹੀਂ ਦੇ ਰਿਹਾ। ਮੈਂ ਕੱਲ ਖੁਦ ਮੇਰੇ ਕੋਲ ਰਿਕਾਰਡਿੰਗ ਹੈ, ਮੈਂ ਗੱਲ ਕੀਤੀ, ਉਹ ਕਹਿੰਦਾ ਜੀ ਤੁਸੀਂ 10 ਵਜੇ ਭੇਜ ਦਿਓ ਮੇਅਰ ਸਾਹਿਬ ਨੂੰ, ਮੈਂ ਮਿਲ ਲਾਂਗਾ 10 ਵਜੇ। ਮੈਂ ਉਹਨੂੰ ਕਿਹਾ ਵੀ ਆ ਵੀ ਸਾਡੇ ਸੀਨੀਅਰ ਲੀਡਰ ਹੈ, ਉਹਦੇ ਵਿੱਚ ਰਿਕਾਰਡਡ ਹੈ ਕਿ ਇਹ ਸਾਡੇ ਸੀਨੀਅਰ ਲੀਡਰ ਨੇ, ਉਹਨਾਂ ਨੂੰ ਆਂਦਾ ਜੀ 10 ਵਜੇ ਭੇਜ ਦਿਓ, ਮੈਂ ਮਿਲ ਲਾਂਗਾ। ਔਰ ਦੇਖੋ ਮਿਲਣ ਗਏ ਆ, ਇਹ ਲੋਕਾਂ ਦੇ ਕੰਮ ਵਾਸਤੇ ਗਏ, ਕੋਈ ਉਹਨਾਂ ਨੇ ਆਪਣੀ ਦਰਖਾਸਤ ਲੈ ਕੇ ਨਹੀਂ ਸੀ ਗਏ। ਲੋਕੀ ਤਰ੍ਹਾਂ ਕਰ ਰਹੇ। ਤੁਸੀਂ ਅੱਜ ਕਿਸੇ ਵੀ ਘਰ ਦੇ ਵਿੱਚ ਭੰਡਾਰੀ ਸਾਹਿਬ ਫੋਨ ਕਰ ਲਓ, ਇਹ ਬੁਖਾਰ ਐਸਾ ਹੈ, ਇਹ 3-4 ਮਹੀਨੇ ਉਹ ਬੰਦੇ ਨੂੰ, ਇਹ ਕਰੋਨਾ ਵਾਇਰਸ ਤੋਂ ਵੀ ਜ਼ਿਆਦਾ ਭੈੜਾ ਹੈ। ਤੇ ਹੁਣ ਬੀਜੇਪੀ ਦਾ ਕੀ ਸਟੈਂਡ ਹੈ? ਹੁਣ ਦੇਖੋ ਨੇ ਅੱਜ ਤੁਹਾਨੂੰ ਮਿਲਿਆ ਨਹੀਂ। ਅਸੀਂ ਤੇ ਇੱਕ ਅੱਜ ਜਿਹੜੀ ਸਾਡੀ, ਜਿਨ੍ਹਾਂ ਨੇ ਸਾਡੀ ਡਿਊਟੀ ਲਾਈ ਸੀ, ਜਨਤਾ ਵੀ ਤੁਸੀਂ ਸਾਡੀ ਨੁਮਾਇੰਦਗੀ ਕਰੋ, ਤੁਸੀਂ ਜਾ ਕੇ ਇਹਨਾਂ ਦੇ ਕੰਨ ਖੋਲੋ ਇਸ ਕਮਿਸ਼ਨਰ ਦੇ, ਵੀ ਦਫ਼ਤਰ ਤੋਂ ਬਾਹਰ ਨਿਕਲ ਤੇ ਕੁਛ ਕਰ, ਗੰਦਗੀ ਵੇਖ, ਕਿਤੇ ਕੋਈ ਸਫਾਈਆਂ ਜਿੱਥੇ ਸਫਾਈ ਨਹੀਂ ਹੋ ਰਹੀ, ਉਹ ਤੇ ਦਫ਼ਤਰੋਂ ਬਾਹਰ ਨਹੀਂ ਨਿਕਲੇ, ਤੇ ਕੀ ਹੁਣ ਅਸੀਂ ਪਹਿਲਾਂ ਤੇ ਸਾਡਾ ਫਰਜ਼ ਸੀ ਜਨਤਾ ਤੱਕ ਦੱਸਣਾ ਵੀ ਇਹ ਨਿਕਲਿਆ, ਉਸ ਤੋਂ ਬਾਅਦ ਅਸੀਂ ਆਪਣੀ ਹਾਈ ਕਮਾਂਡ ਤੱਕ ਵੀ ਦੱਸਾਂਗੇ, ਫਿਰ ਅਸੀਂ ਸੜਕਾਂ ਤੇ ਵੀ ਨਿਕਲਾਂਗੇ। ਅਸੀਂ ਪੂਰਾ ਸੜਕਾਂ ਤੇ ਇਹਦਾ ਵਿਦਰੋਹ ਵੀ ਕਰਾਂਗੇ, ਔਰ ਅਸੀਂ ਲੋਕਾਂ ਦੀ ਜਿਹੜੀ ਇਹ ਆਵਾਜ਼ ਹੈ, ਲੋਕੀ ਤਰ੍ਹਾਂ ਕਰ ਰਹੇ ਬਿਮਾਰੀਆਂ ਨਾਲ, ਅਸੀਂ ਸਾਡੀ ਭਾਰਤੀ ਜਨਤਾ ਪਾਰਟੀ ਚੁੱਪ ਨਹੀਂ ਬੈਠੇਗੀ, ਇਹ ਸੜਕਾਂ ਤੇ ਉਤਰਾਂਗੇ। ਔਰ ਇਸ ਜਿਹੜਾ ਨਾਦਰਸ਼ਾਹੀ ਕਮਿਸ਼ਨਰ ਹੈ, ਇਹਨੂੰ ਦਿਖਾਵਾਂਗੇ ਕਿ ਕਿਸੇ ਵੀ ਜਿਹੜਾ ਆਮ ਵਿਅਕਤੀ ਵੀ ਹੈ, ਤੈਨੂੰ ਉਹਦੀ ਗੱਲ ਸੁਣਨੀ ਪਏਗੀ। ਤੂੰ ਉਹਦੇ ਟੈਕਸ ਨਾਲ ਤੈਨੂੰ ਤਨਖਾਹ ਮਿਲ ਰਹੀ ਹੈ, ਤੂੰ ਇੰਨਾ ਨਾਦਰਸ਼ਾਹੀ ਫਰਮਾਨ ਨਹੀਂ ਕਰ ਸਕਦਾ ਵੀ ਤੂੰ ਕਿਸੇ ਨੂੰ ਮਿਲੇ ਹੀ ਨਾ। ਅੱਛਾ, ਸਾਡੇ ਨਾਲ ਨੇ ਸਾਬਕਾ ਕਾਉਂਸਲਰ ਨੇ ਛਾਟੇ ਤੋਂ। ਛਾਟਾ ਇਸ ਵੇਲੇ ਬਹੁਤ ਸਾਰੀਆਂ ਬਿਮਾਰੀਆਂ, ਚਿਕਨਗੁਨੀਆ ਉੱਥੇ ਫੈਲਿਆ ਹੋਇਆ, ਹੋਰ ਵੀ ਕਈ ਤਰ੍ਹਾਂ ਦਾ ਬੁਖਾਰ ਫੈਲਿਆ ਹੋਇਆ। ਤੁਸੀਂ ਪਹਿਲੇ ਵੀ ਪ੍ਰੋਟੈਸਟ ਵੀ ਕੀਤਾ ਸੀ ਮੇਰਾ ਖਿਆਲ ਛਾਟੇ, ਤੇ ਤੁਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਵੀ ਗਏ, ਪਰ ਅੱਜ ਜਿਹੜਾ ਉਹਨਾਂ ਦਾ ਰਵੱਈਆ ਹੈ ਉਹ ਕਾਫੀ ਕਹਿੰਦੇ ਠੀਕ ਨਹੀਂ ਸੀਗਾ। ਦੇਖੋ, ਜਦੋਂ ਦੇ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਆਏ ਆ, ਜੋ ਸੁਣਨ 'ਚ ਆ ਰਿਹਾ ਵੀ ਕਦੇ ਵੀ ਕਿਸੇ ਨੇ ਮਿਲਣਾ ਹੁੰਦਾ, ਉਹਨਾਂ ਨੂੰ ਮਿਲਣ ਵਾਸਤੇ ਇੱਕ ਦਿਨ ਪਹਿਲਾਂ ਟੈਲੀਫੋਨ ਕਰਕੇ ਜਾਂ ਉੱਥੇ ਜਾ ਕੇ ਟਾਈਮ ਲੈਣਾ ਪੈਂਦਾ। ਅੱਜ ਇਹ ਹਾਲ ਆ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਦਾ, ਔਰ ਕਾਰਪੋਰੇਸ਼ਨ ਨਹੀਂ ਮੈਂ ਕਹਾਂਗਾ, ਹੁਣ ਇਹ ਪਰੇਸ਼ਾਨ ਹੋ ਗਈ ਆ, ਕਿਉਂਕਿ ਕਾਰਪੋਰੇਸ਼ਨ ਜਦੋਂ ਕਿਸੇ ਦੀ ਪਰੇਸ਼ਾਨੀ ਦਾ ਹੱਲ ਹੀ ਨਹੀਂ ਹੋਣਾ, ਤਾਂ ਉੱਥੇ ਜਾ ਕੇ ਫੇਰੇ ਤੇ ਫੇਰਾ, ਤਰੀਕ ਤੇ ਤਰੀਕ, ਤਾਰੀਖ ਤੇ ਤਾਰੀਖ ਇਹ ਮਿਲਣੀ ਹੈ, ਤੇ ਫਿਰ ਉਸ ਕਾਰਪੋਰੇਸ਼ਨ ਦਾ ਕੋਈ ਫਾਇਦਾ ਨਹੀਂ ਹੈ। ਤੁਹਾਡੇ ਏਰੀਆ 'ਚ ਕਦੀ ਫੋਗਿੰਗ ਪਹਿਲੇ ਜਦੋਂ ਸੀਗਾ, ਫੋਗਿੰਗ ਹੁੰਦੀ ਸੀ, ਮਸ਼ੀਨਾਂ ਆਉਂਦੀਆਂ ਸੀ ਵੀ ਤਾਂ ਕਿ ਮੱਛਰ ਮਾਰ ਦਵਾਈ ਦਾ ਛਿੜਕਾਅ ਹੁੰਦਾ ਸੀ, ਕਦੀ ਹੋਈ ਤੁਹਾਡੇ ਇਲਾਕੇ 'ਚ ਫੋਗਿੰਗ? ਹਰ ਸਾਲ ਜਦੋਂ ਵੀ ਕੋਈ ਡੇਂਗੂ ਦਾ ਸੀਜ਼ਨ ਆਉਂਦਾ, ਲਗਾਤਾਰ ਹਫ਼ਤੇ 'ਚ 2 ਜਾਂ 3 ਵਾਰੀ ਫੋਗਿੰਗ ਹੁੰਦੀ ਰਹੀ ਹੈ। ਔਰ ਡੀਸਿਲਟਿੰਗ
ਜਦੋਂ ਬਰਸਾਤ ਦਾ ਮੌਸਮ ਆਉਂਦਾ ਇੱਕ ਸਾਲ ਦੇ ਵਿੱਚ ਇੱਕ ਵਾਰੀ ਹੁੰਦੀ ਹੈ। ਲੇਕਿਨ ਅਸੀਂ ਇਹ 1.5 ਸਾਲ ਦੇ ਵਿੱਚ ਜਿਉਂ ਦੀ ਇਹ ਸਰਕਾਰ ਆਈ ਆਮ ਆਦਮੀ ਪਾਰਟੀ, ਨਾ ਫੋਗਿੰਗ ਹੋ ਰਹੀ ਆ ਨਾ ਡੀਸਲਟਿੰਗ ਹੋ ਰਹੀ ਆ। ਇਹ ਹਾਲ ਹੈ ਅੱਜ ਕਾਰਪੋਰੇਸ਼ਨ ਦਾ, ਔਰ ਇੰਨਾ ਬੁਰਾ ਹਾਲ ਹੈ। ਔਰ ਇਹੋ ਹੀ ਕਾਰਨ ਹੈ ਕਿ ਸੀਵਰੇਜ ਅੱਜ ਬੰਦ ਆ, ਔਰ ਹਰ ਗਲੀ ਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਆ ਉਹ ਗੰਦਾ ਆ ਰਿਹਾ। ਲੋਕੀ ਉਸ ਪਾਣੀ ਦੇ ਨਾਲ ਨਹਾ ਨਹੀਂ ਪਾ ਰਹੇ। ਪੀਣ ਵਾਸਤੇ ਤਾਂ ਉਹਨਾਂ ਨੇ ਬਾਹਰੋਂ ਮੰਗਵਾ ਲਿਆ ਫਿਲਟਰ ਪਾਣੀ, ਲੇਕਿਨ ਨਹਾਉਣ ਵਾਸਤੇ ਮਜਬੂਰ ਹੋ ਗਏ ਨੇ ਵੀ ਉਸ ਪਾਣੀ ਦੇ ਨਾਲ ਨਹਾ ਰਹੇ ਨੇ। ਲੇਕਿਨ ਜਦੋਂ ਨਹਾਉਂਦੇ ਨੇ ਉਹਨਾਂ ਨੂੰ ਉਹਦੇ ਵਿੱਚੋਂ ਵੀ ਬੋ ਆਉਂਦੀ ਆ ਉਸ ਪਾਣੀ ਦੇ। ਉਹਨੂੰ ਪਾਣੀ ਕਾਰਪੋਰੇਸ਼ਨ ਵਾਲਾ ਨਹੀਂ ਹੁਣ ਕਹਿੰਦੇ, ਉਹਨੂੰ ਬੋ ਵਾਲਾ ਪਾਣੀ ਕਹਿੰਦੇ ਨੇ। ਇਹ ਤਾਂ ਹੁਣ ਹੱਲ ਕੀ ਦੇਖੋ ਨਾ, ਤੁਸੀਂ ਗਏ ਮੇਅਰ ਸਾਹਿਬ ਗਏ ਤੇ ਮਿਲਣਾ ਨਹੀਂ, ਮਿਲੇ ਕਮਿਸ਼ਨਰ ਸਾਹਿਬ ਤੇ ਮਿਲੇ ਨਹੀਂ, ਤੇ ਹੁਣ ਕੀ ਹੱਲ ਹੈ ਇਹਦਾ? ਵੇਖੋ ਆਮ ਬੰਦਾ ਕੀ ਕਰੇਗਾ? ਆਮ ਬੰਦਾ ਤੇ ਵਿਚਾਰਾ ਸਵੇਰੇ ਆਪਣੇ ਕੰਮ ਤੇ ਜਾਊਗਾ ਕਿ ਆਪਣਾ ਕਮਿਸ਼ਨਰ ਸਾਹਿਬ ਦੇ ਬਾਹਰ ਦਫ਼ਤਰ ਬਹਿ ਕੇ ਕਾਰਡ ਭੇਜ ਕੇ ਇੰਤਜ਼ਾਰ ਕਰੂਗਾ? ਦੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਆਮ ਆਦਮੀ ਦਾ ਹਾਲ ਤੇ ਇਹੋ ਹੀ ਹੋ ਗਿਆ ਵੀ ਕਮਿਸ਼ਨਰ ਸਾਹਿਬ ਦੇ ਦਫ਼ਤਰ ਜਾਂ ਜਿਹੜੇ ਜ਼ੋਨ ਆ ਜਿੱਥੇ ਉੱਥੇ ਐਸਡੀਓ ਬੈਠਦੇ ਨੇ ਉਹਨਾਂ ਨੂੰ ਕੰਪਲੇਂਟ ਤੇ ਕੰਪਲੇਂਟ ਲਿਖਾਈ ਜਾ ਰਹੇ ਨੇ, ਲੇਕਿਨ ਉਹਦਾ ਕੋਈ ਹੱਲ ਨਹੀਂ ਹੋ ਰਿਹਾ। ਲੇਕਿਨ ਸਾਡੇ ਕੋਲ ਵੀ ਆਉਂਦੇ ਆ, ਸਾਡਾ ਅਸੀਂ ਕਿਉਂਕਿ ਪਬਲਿਕ ਡੀਲਿੰਗ ਦੇ ਵਿੱਚ ਰਹਿੰਦੇ ਆ, ਤੇ ਇਸ ਕਰਕੇ ਸਾਡਾ ਵੀ ਉਨਾ ਹੀ ਫਰਜ਼ ਆ ਵੀ ਪਬਲਿਕ ਦੇ ਨਾਲ ਖੜੇ ਹੋਈਏ। ਅਸੀਂ ਪਬਲਿਕ ਦੀ ਆਵਾਜ਼ ਲੈ ਕੇ ਬਖਸ਼ੀ ਰਾਮ ਜੀ ਅਰੋੜਾ ਜੀ ਔਰ ਪ੍ਰਧਾਨ ਜੀ ਦੇ ਆਦੇਸ਼ ਦੇ ਨਾਲ ਉੱਥੇ ਗਏ ਸੀ। ਪ੍ਰਧਾਨ ਜੀ ਨੇ ਜਿੱਦਾਂ ਕਿਹਾ ਕਿ ਅਸੀਂ ਕਮਿਸ਼ਨਰ ਸਾਹਿਬ ਨੂੰ ਮਜਬੂਰ ਕਰ ਦੇਵਾਂਗੇ ਆਪਣੀਆਂ ਗੱਲਾਂ, ਲੋਕਾਂ ਦੀਆਂ ਮੰਗਾਂ ਜਿਹੜੀਆਂ ਲੋਕਾਂ ਦੇ ਜਿਹੜੇ ਕੰਮ ਆ ਕਰਨ ਤੇ, ਔਰ ਕਾਰਪੋਰੇਸ਼ਨ ਕੋ ਜਿਹੜੇ ਲੋਕਾਂ ਦੇ ਜਿਹੜੇ ਬੁਨਿਆਦੀ ਹੱਕ ਨੇ ਬੁਨਿਆਦੀ ਹੱਕ ਦਵਾ ਕੇ ਰਵਾਂਗੇ, ਸਾਫ਼ ਪਾਣੀ ਦਵਾ ਕੇ ਰਵਾਂਗੇ, ਔਰ ਸੀਵਰੇਜ ਜਿਹੜਾ ਉਹਨਾਂ ਨੂੰ ਸਾਫ਼ ਕਰਵਾ ਕੇ ਰਵਾਂਗੇ। ਇਹ ਅੱਜ ਅਸੀਂ ਪਬਲਿਕ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਵਿਸ਼ਵਾਸ ਦਿਵਾਉਂਦੇ ਹਾਂ। ਚਲੋ ਇਹ ਦੇਖੋ ਇਹਨਾਂ ਨੇ ਆਰੋਪ ਲਗਾਏ ਨੇ ਰਾਹੁਲ ਸਿੱਧੂ ਆਈਐਸ ਨੇ ਕਮਿਸ਼ਨਰ ਕਾਰਪੋਰੇਸ਼ਨ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸ਼ਹਿਰ ਬਿਮਾਰੀਆਂ ਨਾਲ ਤਰਸਤ ਹੈ। ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ ਨਾਲ ਉਹਨਾਂ ਦੇ 2 ਕੌਂਸਲਰ ਜਾਂਦੇ ਨੇ। ਆਖਿਰਕਾਰ ਉਹਨਾਂ ਦੀ ਕੀ ਮਜਬੂਰੀ ਸੀ, ਉਹਨਾਂ ਨੂੰ ਮਿਲੇ ਨਹੀਂ। ਮੈਂ फ़ोन लगाया ਉਹਨਾਂ ਨੂੰ। सर नमस्कार। नमस्कार दीपक जी। आज ये मिलने आए थे आपको सारे। हाँ, हाँ। हाँ, तो इनका ये इन्होंने प्रेस कॉन्फ्रेंस करी है। इनका क्या ये किया है? इनका ये कहना है कि हम मिलने गए, समय लेके मिलने गए। पहले तो 10 दिन से आपसे समय मांग रहे थे, लेकिन हाँ, आपने समय नहीं दिया। तो आज जब मिलने गए इनसे तो आपने इनको 1 घंटा बाहर बिठा दिया। हाँ 10:30 बजे वो आए, 10 बजे का टाइम लेकर। जी मैं तो ऑफिस 9:30 से बैठा था, अपना काम कर रहा था। जी तो अब आई हैव अ वेरी स्ट्रिक्ट टाइम शेड्यूल। मैं इनकी तरह खाली तो हूँ नहीं जी कि कहीं कहीं जाके मैं बैठा रहूंगा, मेरे पास तो काम ज्यादा है। जी तो जी मैंने हाफ एन आवर के स्लॉट्स बना रखे। मैंने 10:30 का 10:30 मेरी अगली मीटिंग थी जी विद अदर ऑफिसर्स। जी अब शहर की सफाई होगी और सब हो गया, मेरे को तो काम करना ही है ना। जी मेरे को पॉलिटिक्स तो करनी नहीं है इनकी तरह बिल्कुल कि हाँ ठीक जी है। बैठ जाओ। बिल्कुल ठीक तो है। अब कर लें प्रेस कॉन्फ्रेंस, उससे आई डोंट केयर अबाउट दैट थिंग। 10:30 बजे तुम आप खुद आधा घंटा लेट आओ, जी देन यू ट्राई टू फोर्स एंट्री इनटू माय ऑफिस व्हेन आई एम हैविंग इंपॉर्टेंट मीटिंग्स। जी तो फिर दैट इज नॉट समथिंग दैट इज अलाउड। मतलब चाहे कोई भी हो। And one thing the people are saying, there is no fogging in the city। पानी गंदा आ रहा है और देखो, लोग हो रहा परेशान। है वो प्रॉब्लम। देखो आज नहीं पानी गंदा आ रहा है, ये पानी गंदा 25 सालों से हो रखा है। वी आर जी ट्राइंग टू सॉल्व द प्रॉब्लम्स, ऐसी कोई बात नहीं है। जी एंड फॉगिंग की भी आप देखिए लेगेसी इश्यूज था। पहले देयर वर 33 मशीन्स जी फॉगिंग के लिए, जी 36 मशीन्स आज के टाइम से पहले 33, जी आज वो 56 हो गई हैं। जी कल वो 86 हो जाएंगी। 30 मशीनें और मंगवा ली हैं हमने। जी जी अब देखो इतने सालों से मशीनें ही 30 थी, जी 1 महीने में हमने 50 मशीनें और खरीदी हैं, जी लगा रहे हैं, हम काम कर रहे हैं। ऐसा कुछ वो नहीं है। इट इज जस्ट के लेगेसी ही इतनी ज्यादा खराब है शहर की जी कि उसको साफ करने में टाइम तो लगेगा ना। जी 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 हाँ, जी वही है, तो बस सर वही चीज है। एक सर इनका ये कहना है कि देखिए मैं एक्स मेयर हूँ, 10 साल तक वहां रहा हूँ, 7 कमिश्नर मेरे होते बदल गए, तो मेरे साथ हाँ, इस तरह मतलब बददिमागी है ये, मेरे साथ इस तरह का व्यवहार करना। क्या चीज है? बददिमागी बोलने मतलब तो उनको, उनसे हाँ क्या फर्क पड़ता है? जी 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 आप मतलब आज तो कोई मेयर नहीं है ना। जी और आपको अपने समय के साथ साथ दूसरे के समय की भी इज्जत करनी चाहिए। जी 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 ऐसा नहीं है कि भी आपको, जब आप 10:30 आए हो, जी आपने कार्ड भेजा, मैंने कहा कि एक बार इनको बाहर बिठाइए, मैं मीटिंग कर रहा हूँ। जी फिर वो फिर से ट्राई टू फोर्स एंटर इनटू माय ऑफिस। ओके मैंने उनको, मेरे स्टाफ को बोला, मैंने कहा एक बार यार बाहर बिठाओ प्लीज, पानी वानी पिलाओ, मैं अभी मीटिंग कर रहा हूँ। कुछ इंपॉर्टेंट मैटर्स होते हैं जो डिस्कस करने होते हैं, पब्लिक के सामने नहीं किए जाते हैं वो जी डिस्कस। जी 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 हाँ, फिर जब उसके 10 मिनट बाद मैंने उनको 11:45 बोला कि बोले वो जी चले गए। मैंने कहा जब चले गए तो चले गए, अब उसका क्या करूं मैं? जी जी आप या तो टाइम लेकर आए हैं तो टाइम से आए ना फिर। जी 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 अब मैंने आपको रात बराते तो बोला नहीं है कि
तुम आप 8 बजे आ जाओ मेरे दफ्तर और मैं 9 बजे पहुंच रहा हूँ। नहीं सर, एक उनका ये कहना है 10 दिनों से हम लोग समय मांग रहे हैं, तो आपने इग्नोर किया। अभी आप देखो 10 दिन से पहले से देयर वर 2 बिग रैलीज इन द सिटी। यस 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 यस, शहर में वार्ड बंदी का काम चल रहा है, उसके लिए आई हैव टू हैव मल्टीपल मीटिंग्स इन चंडीगढ़। डेफिनेटली। अब ये अमित शाह जी आ रहे हैं, जी सारा फंक्शन होना है। जी जी जी। अब मेरे पास समय होगा ही नहीं तो मैं दूंगा कहाँ से? अगर मैं देखो, मैं ये टाइम मांग रहे हैं और मैं ऑफिस में बैठा हूँ और मैं इनको टाइम नहीं दे रहा हूँ, वो बात अलग है जी कि दैट इज व्हाट इज कॉल्ड इग्नोरिंग। जी। अब उसके लिए देखो मेरे को स्पष्टीकरण किसी को देने की नहीं नहीं जरूरत नहीं 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 है। सर, देखिए मेरा बट देखिए जी, देखिए हाँ, क्या ना, एक मैं मैसेज, वन दीपक जी, साइडेड मैसेज नहीं जाना चाहिए सर। नहीं, ऑब्वियसली ऑब्वियसली द पॉइंट इज वेरी सिंपल। जी आप, मैं ऑफिस में बैठा हूँ और आपको टाइम ना दे रहा हूँ, आपको जो टाइम दिया आप उस पर नहीं आ रहे हैं, जी फिर आप मेरे ऊपर चढ़ रहे हैं, मेरे स्टाफ पे चढ़ रहे हैं कि जी मैं एक्स मेयर हूँ, मैं 10 साल। अरे आप, मैं आम आदमी को भी उतना ही टाइम देता हूँ, एक्स मेयर को भी उतना ही टाइम देता हूँ। जी हाँ, जी किसी को ऐसा कुछ नहीं, एक्स मेयर काउंसलर और कोई है कोई नहीं है, जी इट जी डजंट मैटर टू मी, सारे बराबर है हमारे लिए। जी 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 आप लोगों की समस्या लेके आए हैं, वो ठीक है, जी। और उनको अगर नहीं इग्नोर करना होता तो मैं उनको टाइम ही क्यों देता? ਬਾਕੀ ਸ਼ਹਿਰ ਦੇ ਵਿੱਚ ਬਿਮਾਰੀ ਫੈਲੀ ਹੋਈ ਹੈ, ਕੋਈ ਸ਼ੱਕ ਨਹੀਂ। ਘਰ ਘਰ ਬੰਦੇ ਬਿਮਾਰ ਨੇ, ਚਿਕਨਗੁਨੀਆ, ਡੇਂਗੂ ਤੇ ਹੋਰ ਬਿਮਾਰੀ। ਇਹ ਵੀ ਦੇਖਿਆ ਜਾ ਰਿਹਾ ਵੀ ਸ਼ਾਇਦ ਆਪਸ ਦੇ ਵਿੱਚ ਤਾਲਮੇਲ ਵੀ ਨਹੀਂ ਹੈ। ਸਰਕਾਰ ਬਦਲਾਵ ਦਾ ਨਾਰਾ ਦੇ ਕੇ ਸੱਤਾ 'ਚ ਆਈ ਸੀ, ਤੇ ਕੀ ਇਹੋ ਹੀ ਬਦਲਾਵ ਹੈ? ਹੁਣ ਬੀਜੇਪੀ ਵਾਲੇ ਅੱਗੋਂ ਕੀ ਸਟੈਂਡ ਲੈਣਗੇ, ਕਿ ਵਾਕਈ ਇਹ ਸੜਕਾਂ ਤੇ ਉਤਰਨਗੇ ਕਿ ਨਹੀਂ, ਇਹ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ। ਅੰਮ੍ਰਿਤਸਰ ਤੋਂ D4 ਨਿਊਜ਼ ਦੀ ਦੀਪਕ ਭੰਡਾਰੀ ਦੀ ਖਾਸ ਰਿਪੋਰਟ।